और जो दिन बोलिया सी ना मांझी सांझी जी है जरा बिच बाइबल कला मैं कहनी असली दोषी वो ने जरा धरना दिता सी। ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਚਲੋ ਮਾਝੀ ਸਾਜੀ कहता कोई गल नहीं, चार गालां मैनूं तां भावें होर भी कढ लैण, ਇਹਦੇ ਨਾਲ ਮੈਨੂੰ ਕੋਈ फर्क नहीं पैंदा। मैं तो सरकार कमेटी कहना ही बेवकूफ़ी लगती, मेरी जबान चो निकलता, मैंने गुस्सा लगता अपने आप से, गुस्सा चढ़ता अपने आप से। सिंह साहब जी एक तो मेरी बेनती है ये बार बार संगतां नूं दस्सिया जाए कि श्री अकाल तख्त साहब वालों कोई ऐसी सरकार कमेटी नहीं बनाई गई, सिर्फ सिख जिहड़ा वही सरकार अपने अपने गुरुद्वारे च करे, हर प्रबंधक कमेटी सरकार करे, कोई ऐसी सरकार कमेटी जी अपने आप बनी है साड़ी कोई मानता नहीं। पहले जिदा तुसीं कहा सी दस्सिया करो। तो मैनूं लगदा है कि ਇਹ ਬਹੁਤ ਇਹਨੂੰ ਨੀਵੇਂ ਪੱਧਰ ਦੀ ਉਹਨਾਂ ਦੀ ਗੱਲ ਹੈਗੀ ਆ ਔਰ ਸਿੱਖਾਂ ਨੂੰ ਹੀ ਇਹਦੇ ਮਸਲੇ ਦੇ ਵਿੱਚ ਟਾਰਗੇਟ ਬਣਾਉਣ ਦਾ ਇਹਨਾਂ ਦਾ ਬਾਦਲਾਂ ਦਾ ਪੁਰਾਣਾ ਏਜੰਡਾ ਹੈ। ਪਰ ਇਦਾਂ ਚੱਲਣਾ ਨਹੀਂ। ਬੀਬੀ ਜੰਗੀਰ ਕੌਰ ਜੀ, ਗੁਰਬਾਣੀ ਦਾ ਫੈਸਲਾ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਰਹਿਣਾ ਸੱਚ ਨੇ ਹੈ। ਜੇ ਸੱਚ ਪੱਲੇ ਹੋਵੇ ਨਾ ਜੀ ਫਿਰ ਤੋਂ ਮੈਂ ਅਸਲ 'ਚ ਇਹਨਾਂ ਨੂੰ ਅਮਨ ਜੀ ਉਹ ਪੁੱਛੇ ਸੀਗੇ ਜੌਲੀਆਂ ਪਿੰਡ 'ਚ 4 ਸਵਾਲ, ਤੁਸੀਂ ਵੀ ਉੱਥੇ ਮੌਜੂਦ ਸੀ, ਤੁਸੀਂ ਵੀ ਉੱਥੇ ਕਵਰੇਜ ਕਰੀ ਹੈ ਪੰਜਾਬੀ ਲੋਕ ਚੈਨਲ ਵੱਲੋਂ। ਉਹ 4 ਸਵਾਲਾਂ ਦਾ ਜਵਾਬ ਤੁਸੀਂ ਦੱਸ ਦਿਓ ਇਮਾਨਦਾਰੀ ਨਾਲ। ਤੁਸੀਂ ਦੱਸੋ ਵੀ ਉਹ ਕਹਿ ਕੇ ਨਹੀਂ ਗਏ ਉਹਦੇ ਬੀਬੀ ਜੰਗੀਰ ਕੌਰ ਕਿ ਮੈਂ ਲਿਖਤੀ ਜਵਾਬ ਭੇਜਾਂਗੀ? ਲਿਖਤੀ ਜਵਾਬ ਉਹ ਆਏ ਤੁਹਾਡੇ? ਉਹ 1 ਮਹੀਨੇ ਦੇ ਵਿੱਚ ਕਹਿੰਦੇ ਸੀ ਗੱਲਬਾਤ ਹੋਈ, ਆਏ ਲਿਖਤੀ ਜਵਾਬ? ਲਿਖਤੀ ਜਵਾਬ ਕਿਹੜੇ ਆਉਣੇ ਸੀ ਜੀ? ਉਹ ਤਾਂ ਉਹ ਸਵਾਲਾਂ ਨੇ ਇਹਨਾਂ ਨੂੰ ਨੀਂਦ ਹੀ ਨਹੀਂ ਆਉਣ ਦਿੱਤੀ। 1 ਮਹੀਨੇ ਬਾਅਦ ਉਹ ਬੀਬੀ ਜਦੋਂ ਬੋਲਦੇ ਮਾਝੀ ਸਾਜੀ, ਮੈਂ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰ ਕਰਦਾ, ਇਹ ਗੁਰੂ ਸਾਹਿਬ ਨੇ ਰਹਿਮਤ ਕੀਤੀ, ਮੇਰੀ ਕੀ ਔਕਾਤ ਹੈ ਜੀ, ਤੇ ਗੁਰੂ ਸਾਹਿਬ ਦੀ ਕਿਰਪਾ ਹੈ ਜੀ। ਉਹ ਤੀਰ ਇੰਨਾ ਵੱਜਿਆ, ਸਵਾਲਾਂ ਵਾਲਾ ਆਇਆ ਹੈ, ਤੀਰ ਵੱਜਿਆ ਇਹਨਾਂ ਦੇ ਐਨ ਟਿਕਾਣੇ ਤੇ। ਉਹ ਬੀਬੀ ਬੋਲਦੀ ਜਦੋਂ ਮਾਝੀ ਸਾਜੀ, ਉਹਦੀ ਚੀਕ ਨਿਕਲ ਰਹੀ ਹੈ, ਅਸਲ 'ਚ ਉਹ ਸਵਾਲਾਂ ਨੇ ਚੀਕ ਕੱਢਤੀ। ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਣ ਵਾਲਾ ਹੋਵੇ, ਜਿਹੜੇ ਇਕੱਤਰਤਾ ਤੁਸੀਂ ਸੱਦ ਰਹੇ ਹੋ, 2015 ਦਾ ਮਸਲਾ ਹੈ, ਉਦੋਂ ਦੀ ਅਕਾਲ ਤਖਤ ਦੇ ਜਥੇਦਾਰ ਕਿੱਥੇ ਗਏ ਹੋਏ ਸੀ? ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਦੇ ਹਾਂ ਨਾ ਫਿਰ ਕਹਿੰਦੇ ਅਕਾਲ ਤਖਤ ਪਵਿੱਤਰ ਸੰਸਥਾ ਨੂੰ ਕਰਦੇ ਆ। ਸਾਨੂੰ ਪਤਾ ਅਕਾਲ ਤਖਤ ਮਹਾਨ ਹੈ ਪਰ ਬਾਦਲਾਂ ਦੇ ਜਥੇਦਾਰਾਂ ਨੇ ਰੋਲੀਏ ਦੀ ਸ਼ਾਨ ਹੈ, ਅਸੀਂ ਇਹ ਕਹਿੰਦੇ ਹਾਂ। ਸੁਖਵੀਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ, ਬੀਬੀ ਜੰਗੀਰ ਕੌਰ ਜੀ, ਜਵਾਬ ਦਿਓ। 1 ਜੂਨ 2015 ਤੋਂ ਲੈ ਕੇ ਬਾਦਲਾਂ ਦੇ ਰਾਜ ਦੇ ਅਖੀਰ ਤੱਕ ਕਿਸੇ ਇੱਕ ਵੀ ਦੋਸ਼ੀ ਦੇ ਉੱਤੇ ਬਣਦੀ ਕਾਰਵਾਈ ਤੁਸੀਂ ਕੋਈ ਮੋਨੇ ਮੁੰਡੇ ਨੂੰ ਪੁੱਛਗਿੱਛ ਵੀ ਕੀਤੀ ਹੋਵੇ? ਬੇਕਸੂਰਾਂ ਦੇ ਸਾਡੇ ਮੁੰਡਿਆਂ ਦੇ ਚੱਡੇ ਪਾੜੇ ਤੁਸੀਂ? ਸੁਖਵੀਰ ਦਾ ਟੱਬਰ ਜਵਾਬ ਦੇਵੇ। ਸੁਖਵੀਰ ਹੋਮ ਮਿਨਿਸਟਰ ਤੁਸੀਂ ਉਦੋਂ ਇਹ ਝੂਠੀਆਂ ਫਾਇਰਿੰਗਾਂ ਬਣਾ ਕੇ ਸਿੱਖਾਂ ਨੂੰ ਫਸਾਉਣ ਦਾ ਯਤਨ ਕਰ ਰਹੇ ਸੀ ਤੁਸੀਂ, ਹੈਂ? ਤੁਹਾਡਾ ਤਾਂ ਖੂਨ ਪੀਣ ਦੀ ਆਦਤ ਤੁਹਾਨੂੰ ਪਈ ਹੈ ਪਿੱਛੋਂ ਤੋਂ 78 ਤੋਂ ਲੈ ਕੇ ਤੁਸੀਂ ਪੀਂਦੇ ਰਹੇ ਹੋ ਕੌਮ ਦਾ ਪਿੱਛੋਂ ਤੋਂ। ਮੈਨੂੰ ਤਾਂ ਸਾਰਾ ਪਤਾ ਹੈ ਜੀ ਇਹਨਾਂ ਦਾ 1970 ਤੋਂ ਜਿਹੜਾ ਇਹਨਾਂ ਨੇ ਕਰੀਆਂ ਕਰਤੂਤਾਂ। ਉਹ ਗੋਲੀ ਵਾਲਾ ਕੇਸ जरा ध्यान दिओ मर जिया, पत्रकारों भी पता है, विद्वानों भी पता है, महापुरखों भी पता है, असी जान के दबी जाइए। वो केस कुंवर विजय प्रताप सिंह ने सैट दा जो निचोड़ पेश किया उत्थे चक के मारिया हाई कोर्ट ने, खत्म हो गया वो केस। हुण केस नहीं है, हुण केस है ही नहीं, लेकिन साडियां जबानां ते ओही गोली चली जाती है। लेकिन वो कुंवर विजय प्रताप ने जो सैट च लिख के दिता, सैट ने वो हाई कोर्ट ने चक के मारिया कि तेरा केस सियासी है। ਬੀਬੀ ਜੰਗੀਰ ਕੌਰ ਜੀ, ਮੈਂ ਤੁਹਾਡੇ ਧਿਆਨ 'ਚ ਲਿਆਉਣਾ, ਕੇਸ ਖਤਮ ਨਹੀਂ ਹੋਇਆ, ਕੇਸ ਦੁਬਾਰਾ ਚੱਲ ਰਿਹਾ। ਉਹ ਇੰਨੇ ਖੁਸ਼ ਨਾ ਹੋਵੋ, ਕੇਸ ਚੱਲ ਰਿਹਾ। LK ਯਾਦਵ ਦੀ ਅਗਵਾਈ 'ਚ ਸਿੱਟ ਬਣੀ ਹੈ, ਜੇ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕਰਿਆ ਤੁਸੀਂ ਫੇਰ ਫਸ ਰਹੇ ਹੋ ਕੜਿੱਕੀ 'ਚ। ਤੁਹਾਡੇ ਜਿਨ੍ਹਾਂ ਤੁਸੀਂ ਪ੍ਰਧਾਨ ਬਣਾਏ ਹੋ ਨਾ, ਉਹ ਫੇਰ ਫਸ ਰਹੇ ਨੇ। ਕੇਸ ਤਾਂ ਕਹਿੰਦੇ ਆ ਤੂੰ ਖੁਸ਼ ਹੋ ਰਹੀ ਹੈ। 2 ਸਾਡੇ ਵੇਕਸੂਰ ਬੰਦੇ ਗੁਰੂ ਮਹਾਰਾਜ ਦੇ ਪਿਆਰ 'ਚ ਭਿੱਜ ਕੇ ਬੈਠੇ ਸ਼ਹੀਦ ਹੋਏ ਨੇ। ਜੰਗੀਰ ਕੌਰ ਸਪਸ਼ਟ ਕਰੇ ਕਿਹੜੀ ਗੱਲ ਦੀ ਖੁਸ਼ੀ ਉਹਨਾਂ ਨੂੰ। ਫਿਰ ਮੇਰੇ ਵਰਗਿਆਂ ਨੂੰ ਪਹਿਲਾਂ ਹੀ ਟੌਰਚਰ। ਕਦੇ ਮੈਨੂੰ ਦੱਸੋ, ਇਹਨਾਂ ਦੀ ਪੁਲਿਸ ਦੀਵਾਨ ਲਾਉਣ ਆਇਆ ਪ੍ਰਚਾਰਕ, ਉਹਨੂੰ SHO ਘੇਰ ਕੇ ਕਹਿੰਦਾ ਤੁਹਾਡੇ ਇਲਾਕੇ 'ਚ ਵੜ ਕੇ ਦਿਖਾਈ। ਕੀ ਗੱਲ ਜੀ, ਗੁਨਾਹ ਕਰ ਲਿਆ ਸੀ? ਮਹਾਰਾਜ ਦਾ ਸਿਧਾਂਤ ਹੀ ਇਹ ਹੈ ਵੀ ਇਕੱਠੇ ਹੋ, ਕੋਈ ਇਕੱਤਰ ਮਿਲੋ ਮੇਰੇ ਭਾਈ। ਤੇ ਪਰ ਗੱਲ ਇਹ ਹੈ ਇਹਨਾਂ 'ਚ ਜੀ ਬਾਦਲ ਕਿਆਂ 'ਚ ਤਾਂ ਦਾਮੀ ਹੈ ਨਹੀਂ ਸੱਚ ਦਾ ਸਾਹਮਣਾ ਕਰਨ ਦਾ। ਉੱਦਾਂ ਤੁਸੀਂ ਦੇਖੋ ਜੌਲੀਆਂ ਪਿੰਡ 'ਚ ਪਹਿਲਾਂ ਤਾਂ ਮੇਰੇ ਆਲੇ ਦੁਆਲੇ ਉਹਨਾਂ ਦੇ ਬੰਦੇ ਗੇੜੇ ਜੇ ਮਰੀ ਗਏ ਮਾੜੇ ਵੀ। ਤੂੰ ਇੱਕ ਨੇ ਤਾਂ ਮੈਨੂੰ ਕਿਹਾ ਸੀ, ਮੈਂ ਉਹਦਾ ਨਾਂ ਨਹੀਂ ਲੈਣਾ ਹੁਣ, ਮੈਨੂੰ ਕਿਹਾ ਕਿਉਂਕਿ ਉਹ ਬਹੁਤ ਵਿਚਾਰੇ ਹੁਣ ਛੋਟੇ ਚਮਚੀਆਂ ਜੀਆਂ ਨੇ, ਆਪਾਂ ਕਾਹਨੂੰ ਨਾਂ ਲੈਣਾ। ਮੈਨੂੰ ਕਹਿੰਦਾ ਤੁਸੀਂ ਸਵਾਲ ਤਾਂ ਨਹੀਂ ਕਿਤੇ ਕਰਨੇ? ਮੈਂ ਨਹੀਂ, ਮੈਂ ਸੱਭਿਅਕ ਤਰੀਕੇ ਨਾਲ ਰਹੂੰਗਾ। ਮੈਂ ਇਹ ਵੀ ਨਹੀਂ ਕਿਹਾ ਵੀ ਮੈਂ ਸਵਾਲ ਨਹੀਂ ਕਰਨੇ, ਮੈਂ ਕਿਹਾ ਮੈਂ ਸੱਭਿਅਕ ਬੰਦਾ, ਤੁਸੀਂ ਬੇਫਿਕਰ ਹੋ ਜਾਓ, ਮੈਂ ਕੋਈ ਮੁਰਦਾਬਾਦ ਐ ਨਹੀਂ ਕਰਨੇ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਅਮਨਦੀਪ ਸਿੰਘ ਮਾਝਾ। ਪਿਛਲੇ ਦਿਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ 'ਚ ਇੱਕ ਪੰਥਕ ਇਕੱਤਰਤਾ ਕੀਤੀ ਗਈ। ਪੰਥਕ ਇਕੱਤਰਤਾ ਸ਼੍ਰੀ ਹਰਮੰਦਰ ਸਾਹਿਬ
ਅਕਾਲ ਤਖਤ ਸਾਹਿਬ ਵਿਖੇ ਕੀਤੀ ਗਈ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਵੀ ਪਹੁੰਚੀ। ਇੱਕ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋਵੋਗੇ ਕਿ ਜਗੀਰ ਕੌਰ ਦਾ ਇੱਕ ਬਿਆਨ ਸਾਹਮਣੇ ਆ ਰਿਹਾ, ਜਿਸ 'ਚ ਉਹਨਾਂ ਨੇ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਲਈ ਇੱਕ ਟਿੱਪਣੀ ਕੀਤੀ ਸੀ। ਉਹਨਾਂ ਕਿਹਾ ਕਿ ਮਾਝੀ ਸਾਜੀ ਜੋ ਵੀ ਨੇ, ਉਹਨਾਂ ਨੇ ਕਿਤੇ ਨਾ ਕਿਤੇ ਦੋਸ਼ੀ ਉਹ ਨੇ ਬੇਅਦਬੀ ਦੇ, ਜੋ ਧਰਨਿਆਂ ਤੇ ਬੈਠੇ ਤੇ ਪ੍ਰਦਰਸ਼ਨ ਕਰ ਰਹੇ ਸੀ। ਉਹਨਾਂ ਦੀ ਇਹ ਟਿੱਪਣੀ ਤੇ ਸਿੱਖ ਜਥੇਬੰਦੀਆਂ ਵੱਲੋਂ ਵੱਖੋ ਵੱਖਰੇ ਪ੍ਰਤੀਕਰਮ ਆ ਰਹੇ ਨੇ ਕਿ ਕਿਉਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਜੋ ਗੱਲਾਂ ਕਹੀਆਂ ਕਿ ਕਿਉਂ ਕਹੀਆਂ ਉਹ। ਸੋ ਇਹ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਮੌਜੂਦ ਨੇ। ਕਰਾਂਗੇ ਗੱਲਬਾਤ। ਮਾਝੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਝੀ ਸਾਹਿਬ, ਜਿਵੇਂ ਪਿਛਲੇ ਦਿਨੀ ਟਿੱਪਣੀ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਕਿ ਹਰਜਿੰਦਰ ਸਿੰਘ ਮਾਝੀ ਸਾਜੀ ਵੀ ਉਹ ਨੇ ਕਿਤੇ ਨਾ ਕਿਤੇ ਉਹ ਜ਼ਿੰਮੇਵਾਰ ਨੇ ਬੇਅਦਬੀਆਂ ਦੇ, ਜਿਹੜੇ ਧਰਨੇ ਪ੍ਰਦਰਸ਼ਨ ਕਰਦੇ ਸੀ ਉਹ ਜ਼ਿੰਮੇਵਾਰ ਨੇ। ਕਿਵੇਂ ਦੇਖਦੇ ਹੋ ਤੁਸੀਂ ਕਿ ਉਹ ਸ਼ਬਦ ਉਹਨਾਂ ਨੇ ਕਿਉਂ ਯੂਜ਼ ਕੀਤੇ ਉੱਥੇ? ਬੀਬੀ ਜੰਗੀਰ ਕੌਰ ਜੀ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਔਰ ਉਮਰ ਦੇ ਲਿਹਾਜ਼ ਨਾਲ ਉਹ ਮੇਰੇ ਮਾਤਾ ਜੀ ਤੋਂ ਵੀ ਵੱਡੀ ਉਮਰ ਦੇ ਨੇ, ਸਤਿਕਾਰਯੋਗ ਨੇ। ਜਿਹੜਾ ਉਹਨਾਂ ਦਾ ਇਹ ਕਹਿਣਾ ਹੈ ਕਿ ਚਲੋ ਮਾਝੀ ਸਾਜੀ ਕਹਤਾ, ਕੋਈ ਗੱਲ ਨਹੀਂ, ਚਾਰ ਗਾਲਾਂ ਮੈਨੂੰ ਤਾਂ ਭਾਵੇਂ ਹੋਰ ਵੀ ਕੱਢ ਲੈਣ, ਇਹਦੇ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਪਰ ਉਹ ਕਹਿੰਦੀ ਹੈ ਕਿ ਬਾਈਬਲ ਕਲਾਂ ਜਿਹੜੇ ਧਰਨਾ ਦੇ ਰਹੇ ਸੀ, ਬਾਈਬਲ ਕਲਾਂ ਸਾਰੇ ਸਿੱਖ ਪ੍ਰਚਾਰਕ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਨੇ ਉਹ ਬੈਠੇ ਸੀਗੇ। ਬਾਈਬਲ ਕਲਾਂ ਅਸਲ 'ਚ ਕੋਟਕਪੂਰੇ ਬੈਠੇ ਸੀ ਜ਼ਿਆਦਾ, ਕੁਛ ਬਾਈਬਲ ਕਲਾਂ ਬੈਠੀ ਸੀ ਸੰਗਤ, ਤੇ ਉਹਦੇ ਵਿੱਚ ਬਹੁਤ ਸਾਰੇ ਸਾਡੀਆਂ ਸੰਸਥਾਵਾਂ, ਸਾਡੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜਿਨ੍ਹਾਂ ਦੇ ਹਿਰਦੇ ਬਲੂੰਦਰੇ ਹੋਏ ਸੀ, ਉਹ ਸਾਰੇ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਉੱਥੇ ਬੈਠੇ ਸੀਗੇ। ਤੇ ਉਹਨਾਂ ਲਈ ਇੱਕ ਅਸਲੀ ਦੋਸ਼ੀ ਉਹ ਜਿਹੜੇ ਧਰਨੇ ਤੇ ਬੈਠੇ ਨੇ ਉਹ ਨੇ। ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਇਹਨੂੰ ਨੀਵੇਂ ਪੱਧਰ ਦੀ ਉਹਨਾਂ ਦੀ ਗੱਲ ਹੈਗੀ ਆ, ਔਰ ਸਿੱਖਾਂ ਨੂੰ ਹੀ ਇਹਦੇ ਮਸਲੇ ਦੇ ਵਿੱਚ ਟਾਰਗੇਟ ਬਣਾਉਣ ਦਾ ਇਹਨਾਂ ਦਾ ਬਾਦਲਾਂ ਦਾ ਪੁਰਾਣਾ ਏਜੰਡਾ ਹੈ। 2015 'ਚ ਵੀ ਇਸ ਤਰ੍ਹਾਂ ਕੀਤਾ, ਬੇਅਦਬੀ ਘਟਨਾਕ੍ਰਮ ਦੇ ਦੋਸ਼ੀ ਸਾਡੇ ਸਿੱਖ ਨੌਜਵਾਨਾਂ ਨੂੰ ਬਣਾਇਆ ਗਿਆ ਸੀਗਾ। ਉਦੋਂ ਵੀ ਉੱਥੇ ਬਹੁਤ ਸੋਹਣੀ ਭੂਮਿਕਾ ਜਿਹੜੀ ਫੂਲਕਾ ਸਾਹਿਬ ਨੇ ਵੀ ਨਿਭਾਈ ਸੀਗੀ। ਉੱਥੇ ਉਹ ਆਏ ਸੀ, ਸਾਰੀ ਸੰਗਤ ਨੂੰ ਸਭ ਨੂੰ ਪਤਾ ਹੈ ਕਿ ਉਹ ਉੱਥੇ ਕੁਛ ਨਹੀਂ ਸੀ ਮਿਲਿਆ, ਝੂਠੀਆਂ ਗੱਲਾਂ ਕਰਦੇ ਸੀ। ਸੁਖਵੀਰ ਐਡਾ ਡਰਾਮੇਬਾਜ਼ ਆ, ਉੱਥੇ ਨਾਡਾ ਸਾਹਿਬ ਮੱਥਾ ਟੇਕਣ ਵਗ ਗਿਆ ਸੀ, ਗੁਰੂ ਸਾਹਿਬ ਦਾ ਸ਼ੁਕਰ ਕਰਕੇ ਆਉਣਾ ਜੀ, ਦੋਸ਼ੀ ਲੱਭ ਗਏ, ਦੋਸ਼ੀ ਲੱਭ ਗਏ। ਉਹ ਸਾਰਾ ਪਤਾ ਲੱਗ ਗਿਆ ਸੀਗਾ ਵੀ ਗੱਲ ਕੀ ਹੈ ਤੇ ਕਿਵੇਂ ਉਹ ਝੂਠਾ ਬਣਾ ਰਹੇ ਸੀ। ਉਹੀ ਉਹ ਹੁਣ ਕਰ ਰਹੇ ਨੇ ਇਹ, ਪਰ ਇੱਦਾਂ ਚੱਲਣਾ ਨਹੀਂ ਬੀਬੀ ਜੰਗੀਰ ਕੌਰ ਜੀ। ਗੁਰਬਾਣੀ ਦਾ ਫੈਸਲਾ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਰਹਿਣਾ ਸੱਚ ਨੇ ਹੈ। ਜੇ ਸੱਚ ਪੱਲੇ ਹੋਵੇ ਨਾ ਜੀ, ਫਿਰ ਤੋਂ ਮੈਂ ਅਸਲ 'ਚ ਇਹਨਾਂ ਨੂੰ ਅਮਨ ਜੀ ਉਹ ਪੁੱਛੇ ਸੀਗੇ ਜੌਲੀਆਂ ਪਿੰਡ 'ਚ 4 ਸਵਾਲ, ਤੁਸੀਂ ਵੀ ਉੱਥੇ ਮੌਜੂਦ ਸੀ, ਤੁਸੀਂ ਵੀ ਉੱਥੇ ਕਵਰੇਜ ਕਰੀ ਹੈ ਪੰਜਾਬੀ ਲੋਕ ਚੈਨਲ ਵੱਲੋਂ। ਉਹ 4 ਸਵਾਲਾਂ ਦਾ ਜਵਾਬ ਤੁਸੀਂ ਦੱਸ ਦਿਓ ਇਮਾਨਦਾਰੀ ਨਾਲ। ਤੁਸੀਂ ਦੱਸੋ ਵੀ ਉਹ ਕਹਿ ਕੇ ਨਹੀਂ ਗਏ ਉਹਦੇ ਬੀਬੀ ਜੰਗੀਰ ਕੌਰ ਕਿ ਮੈਂ ਲਿਖਤੀ ਜਵਾਬ ਭੇਜਾਂਗੀ, ਕਿਹਾ ਨਾ ਜੀ ਲਿਖਤੀ ਜਵਾਬ ਭੇਜਾਂਗੀ। ਤੇ ਮੈਂ ਕਿਹਾ ਸੀ ਇੱਥੇ ਕਰ ਲਓ, ਕੋਈ ਨਹੀਂ ਚੱਲ ਸਕਦਾ। ਵੈਸੇ ਲਿਖਤੀ ਜਵਾਬ ਉਹ ਆਏ ਤੁਹਾਡੇ? ਉਹ 1 ਮਹੀਨੇ ਦੇ ਵਿੱਚ ਕਹਿੰਦੇ ਸੀ ਗੱਲਬਾਤ ਹੋਈ, ਆਏ ਲਿਖਤੀ ਜਵਾਬ ਤੁਹਾਡੇ ਕੋਲ? ਲਿਖਤੀ ਜਵਾਬ ਕਿਹੜੇ ਆਉਣੇ ਸੀ ਜੀ, ਉਹ ਤਾਂ ਉਹ ਸਵਾਲਾਂ ਨੇ ਇਹਨਾਂ ਨੂੰ ਨੀਂਦ ਹੀ ਨਹੀਂ ਆਉਣ ਦਿੱਤੀ। 1 ਮਹੀਨੇ ਬਾਅਦ ਉਹ ਬੀਬੀ ਜਦੋਂ ਬੋਲਦੇ ਮਾਝੀ ਸਾਜੀ, ਮੈਂ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰ ਕਰਦਾ, ਇਹ ਗੁਰੂ ਸਾਹਿਬ ਨੇ ਰਹਿਮਤ ਕੀਤੀ, ਮੇਰੀ ਕੀ ਔਕਾਤ ਹੈ ਜੀ, ਤੇ ਗੁਰੂ ਸਾਹਿਬ ਦੀ ਕਿਰਪਾ ਹੈ ਜੀ। ਉਹ ਤੀਰ ਇੰਨਾ ਵੱਜਿਆ, ਸਵਾਲਾਂ ਵਾਲਾ ਆਇਆ ਹੈ, ਤੀਰ ਵੱਜਿਆ ਇਹਨਾਂ ਦੇ ਐਨ ਟਿਕਾਣੇ ਤੇ। ਉਹ ਬੀਬੀ ਬੋਲਦੀ ਜਦੋਂ ਮਾਝੀ ਸਾਜੀ, ਉਹਦੀ ਚੀਕ ਨਿਕਲ ਰਹੀ ਹੈ, ਅਸਲ 'ਚ ਉਹ ਸਵਾਲਾਂ ਨੇ ਚੀਕ ਕੱਢਤੀ, ਪਰ ਸਵਾਲ ਤਾਂ ਜਿਉਂਦੇ ਤਿਉਂ ਨੇ। ਮੈਂ ਪੁੱਛਿਆ 4 ਸਵਾਲ ਜਿਹੜੇ ਸੀਗੇ ਉਹ ਪੁੱਛੇ, ਉਹਨਾਂ ਦਾ ਜਵਾਬ ਦੇ ਰਹੀ ਹੈ ਮਾਝੀ ਸਾਜੀ। ਉਹ ਸਵਾਲਾਂ ਦਾ ਜਵਾਬ ਤਾਂ ਨਹੀਂ ਹੈਗਾ ਜੀ। ਇਸ ਲਈ ਇਹਨਾਂ ਦੇ ਬਹੁਤ ਦੇਖੋ, ਮੈਂ ਪੁੱਛਣਾ ਚਾਹੁੰਦਾ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਣ ਵਾਲਾ ਹੋਵੇ, ਜਿਹੜੇ ਇਕੱਤਰਤਾ ਤੁਸੀਂ ਸੱਦ ਰਹੇ ਹੋ, 2015 ਦਾ ਮਸਲਾ ਹੈ, ਉਦੋਂ ਦੀ ਅਕਾਲ ਤਖਤ ਦੇ ਜਥੇਦਾਰ ਕਿੱਥੇ ਗਏ ਹੋਏ ਸੀ? ਜਦੋਂ ਅਸੀਂ ਇਹਨਾਂ ਨੂੰ ਟਾਰਗੇਟ ਕਰਦੇ ਹਾਂ ਨਾ, ਫਿਰ ਕਹਿੰਦੇ ਅਕਾਲ ਤਖਤ ਪਵਿੱਤਰ ਸੰਸਥਾ ਨੂੰ ਕਰਦੇ ਆ। ਸਾਨੂੰ ਪਤਾ ਅਕਾਲ ਤਖਤ ਮਹਾਨ ਹੈ, ਪਰ ਬਾਦਲਾਂ ਦੇ ਜਥੇਦਾਰਾਂ ਨੇ ਰੋਲੀਏ ਦੀ ਸ਼ਾਨ ਹੈ, ਅਸੀਂ ਇਹ ਕਹਿੰਦੇ ਹਾਂ। ਤੇ ਇਸ ਲਈ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਪਹਿਲਾਂ ਤਾਂ ਆਹ ਦੇਖੋ, ਜਦੋਂ 1 ਜੂਨ 2015 ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਰੂਪ ਚੋਰੀ ਹੋਇਆ ਮਹਾਰਾਜ ਦਾ, ਬਾਦਲਾਂ ਦੇ ਰਾਜ ਵਿੱਚ ਪੁਲਿਸ ਨੇ ਆਹ ਸਕੈਚ ਜਾਰੀ ਕੀਤੇ ਕਿ ਮੋਨੇ ਮੁੰਡੇ ਹੋ ਸਕਦੇ ਆ। ਸੁਖਵੀਰ ਤੇ ਗਿਆਨੀ ਹਰਪ੍ਰੀਤ ਸਿੰਘ ਜੀ, ਬੀਬੀ ਜੰਗੀਰ ਕੌਰ ਜੀ, ਜਵਾਬ ਦਿਓ। 1 ਜੂਨ 2015 ਤੋਂ ਲੈ ਕੇ ਬਾਦਲਾਂ ਦੇ ਰਾਜ ਦੇ ਅਖੀਰ ਤੱਕ ਕਿਸੇ ਇੱਕ ਵੀ ਦੋਸ਼ੀ ਦੇ ਉੱਤੇ ਬਣਦੀ ਕਾਰਵਾਈ ਤੁਸੀਂ ਕੋਈ ਮੋਨੇ ਮੁੰਡੇ ਨੂੰ ਪੁੱਛਗਿੱਛ ਵੀ ਕੀਤੀ ਹੋਵੇ, ਬੇਕਸੂਰਾਂ ਦੇ ਸਾਡੇ ਮੁੰਡਿਆਂ ਦੇ ਚੱਡੇ ਪਾੜੇ ਤੁਸੀਂ। ਫਿਰ ਤੁਸੀਂ ਆਹ ਦੇਖੋ 24-25 ਸਤੰਬਰ ਦੀ ਰਾਤ ਨੂੰ ਆਹ ਪੋਸਟਰ ਲੱਗੇ ਬੁਰਜ ਜਵਾਹਰ ਸਿੰਘ ਵਾਲਾ ਤੇ ਬਰਗਾੜੀ ਦੇ ਵਿੱਚ। ਇਹਦੇ 'ਚ ਲਿਖਿਆ, ਬਹੁਤ ਮਾਨਜਨਕ ਸ਼ਬਦ ਬੋਲੇ ਹੋਏ ਨੇ, ਤੁਹਾਡਾ ਗੁਰੂ ਸਾਡੇ ਕੋਲ ਆ, ਇਹੋ ਜਿਹੇ ਸ਼ਬਦ ਨੇ ਆਪਾਂ ਬੋਲ ਵੀ ਨਹੀਂ ਸਕਦੇ ਅਮਨ ਜੀ। ਇਹ
ਉੱਤੇ ਇਹਦੇ ਲਿਖਿਆ ਧੰਨ ਧੰਨ ਸਤਿਗੁਰੂ ਤੇਰੇ ਹੀ ਆਸਰਾ। 12 ਅਕਤੂਬਰ ਨੂੰ ਅੰਕ ਖਿਲਰੇ, ਪਾਵਨ ਅੰਕ। 25 ਸਤੰਬਰ ਤੋਂ ਲੈ ਕੇ 12 ਅਕਤੂਬਰ ਤੱਕ ਦਿਨ ਬਣਦੇ ਨੇ ਟੋਟਲ 17। ਬੀਬੀ ਜੰਗੀਰ ਕੌਰ ਯਾਨੀ ਹਰਪ੍ਰੀਤ ਸਿੰਘ, ਸੁਖਵੀਰ ਬਾਦਲ ਜਵਾਬ ਦਿਓ ਕਿ ਤੁਸੀਂ ਪੁਲਿਸ ਤੋਂ ਕਦੇ ਕਾਰਵਾਈ ਕਰਵਾਈ, ਕਿਸੇ ਇੱਕ ਵੀ ਡੇਰਾ ਪ੍ਰੇਮੀ ਦੀ ਨੋਰਮਲ ਪੁੱਛਗਿੱਛ ਹੋਈ ਹੋਵੇ, ਉਹਨਾਂ ਡੇਰਾ ਪ੍ਰੇਮੀਆਂ ਦੇ ਨਾਂ ਨਸ਼ਰ ਕਰ ਦਿਓ 17 ਦਿਨਾਂ 'ਚ। ਮੈਂ ਟੌਰਚਰ ਨਹੀਂ ਕਹਿੰਦਾ, ਮੈਂ ਤਾਂ ਕਹਿੰਦਾ ਨੋਰਮਲ ਪੁੱਛਗਿੱਛ ਵੀ ਕੀਤੀ, ਬਿਲਕੁਲ ਨਹੀਂ ਕੀਤੀ ਜੀ। ਪਰ ਮਾਜੀ ਸਾਹਿਬ ਸਿੱਟਾਂ ਵੀ ਬਣੀਆਂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਰਾਜ ਸਮੇਂ ਸਿੱਟਾਂ ਬਣੀਆਂ ਕਿ ਤਫਤੀਸ਼ ਚੱਲ ਰਹੀ ਆ, ਡੇਰਾ ਪ੍ਰੇਮੀ ਅਰੈਸਟ ਵੀ ਕੀਤੇ ਗਏ ਸੀ। ਕੀ ਲੱਗਦਾ ਤੁਹਾਨੂੰ, ਤਫਤੀਸ਼ ਤਾਂ ਹੁੰਦੀ ਸੀ, ਜਦੋਂ ਤਫਤੀਸ਼ ਹੈ ਚਲੋ ਅੱਗੇ ਜਾਂਦੀ ਸੀ ਫਿਰ ਸਿੱਟ ਖਾਰਜ ਹੁੰਦੀ ਸੀ, ਕਿਸੇ ਕਾਰਨਾਂ ਕਰਕੇ ਸਿੱਟ ਨੂੰ ਖਾਰਜ ਕੀਤਾ ਜਾਂਦਾ ਸੀ। ਹੁਣ ਵੀ ਚਲੋ ਸਿੱਟ ਤਾਂ ਆਪਣੀ ਕਾਰਵਾਈ ਕਰ ਰਹੀ ਆ। ਕੀ ਲੱਗਦਾ ਤੁਹਾਨੂੰ, ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਵੀ ਕਿਤੇ ਨਾ ਕਿਤੇ ਸਿੱਟ ਬਣਾਈ ਗਈ, ਕਾਰਵਾਈ ਵੀ ਹੋਈ, ਬੰਦੇ ਵੀ ਫੜੇ ਗਏ ਸੀ, ਪਰ ਉਸ ਤੋਂ ਬਾਅਦ ਅਸਲੀ ਚਿਹਰਾ ਨਹੀਂ ਸਾਹਮਣੇ ਆ ਸਕਿਆ? ਮੈਂ ਤੁਹਾਨੂੰ ਇਹ ਦੱਸਦਾ ਜੀ, ਜਿਹੜੀਆਂ ਸਿੱਟਾਂ ਇਹ ਬਣੀਆਂ, ਪਰ ਇਹਨਾਂ ਨੇ ਕੋਈ ਬਣਦੀ ਕਾਰਵਾਈ ਨਾ ਤਾਂ ਬਾਦਲਕਿਆਂ ਨੇ ਕੀਤੀ, ਨਾ ਹੁਣ ਕੈਪਟਨ ਕਰ ਰਿਹਾ। ਪਰ ਮੈਂ ਇਹ ਗੱਲ ਆਪਾਂ ਥੋੜ੍ਹੀ ਜਿਹੀ ਪੂਰੀ ਕਰ ਲਈਏ ਵੀ ਜਿਹੜੇ ਉੱਥੇ ਬੇਕਸੂਰ ਬਾਣੀ ਪੜ੍ਹਦੇ ਸੀ, ਉਹਨਾਂ 'ਤੇ ਸੁਖਵੀਰ ਕਿਆਂ ਨੇ ਇਰਾਦਾ ਕਤਲ ਦੇ ਪਰਚੇ ਪਾਏ 307 ਦੇ। ਦੱਸੋ ਜੀ ਕਿਹਦਾ ਅਸੀਂ ਕਤਲ ਕਰਨ ਚੱਲੇ ਸੀ? ਕਿਸੇ ਦਾ ਕਤਲ ਕਰਨ ਦਾ ਇਰਾਦਾ ਤਾਂ ਹੋਊ, ਉਹ ਬੰਦਿਆਂ ਦੇ ਨਾਂ ਤਾਂ ਨਸ਼ਰ ਕਰ ਦਿਓ। ਬਾਣੀ ਪੜ੍ਹਦਿਆਂ 'ਤੇ ਇਰਾਦਾ ਕਤਲ ਦੇ ਪਰਚੇ ਪਾਏ। ਔਰ ਇਹਨਾਂ ਨੇ ਪੁਲਿਸ ਨੂੰ ਕਿੰਨੀ ਖੁੱਲ੍ਹ ਦਿੱਤੀ ਸੀ। ਮੈਂ ਤੁਹਾਨੂੰ ਇੱਕ ਇੰਪੋਰਟੈਂਟ ਉਦਾਹਰਨ ਦਿੰਦਾ। 161 CRPC ਤਹਿਤ ਪੰਕਜ ਮੋਟਰ ਦੇ ਮਾਲਕ ਪੰਕਜ ਬਾਂਸਲ ਪੁੱਤਰ ਦਵਾਰਕਾ ਦਾਸ ਮੋਗਾ ਵਾਸੀ ਨੇ। ਪੰਕਜ ਬਾਂਸਲ ਦਾ ਮੈਨੇਜਰ ਸੰਦੀਪ ਕੁਮਾਰ, ਉਹਦਾ ਗਨਮੈਨ ਚਰਨਜੀਤ ਸਿੰਘ, ਅਦਾਲਤ ਦੇ ਵਿੱਚ ਇੱਕ ਬਿਆਨ ਦਿੰਦੇ ਨੇ ਕਿ ਐਡਵੋਕੇਟ ਸੁਹੇਲ ਸਿੰਘ ਬਰਾੜ, ਜੋ ਕਿ ਸੁਖਵੀਰ ਦਾ ਰਾਈਟ ਹੈਂਡ ਹੈ, ਐਡਵੋਕੇਟ ਸੁਹੇਲ ਸਿੰਘ ਬਰਾੜ ਦੇ ਗੈਰੇਜ ਦੇ ਵਿੱਚ ਬਿਕਰਮਜੀਤ SP ਨੇ SSP ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ਤੇ ਗੋਲੀ ਮਾਰੀ। ਮਤਲਬ ਕੀ ਸੀ ਵੀ ਉਹ ਆਪ ਗੋਲੀ ਮਾਰੀ ਗਈ ਵੀ ਤਾਂ ਜੋ ਇਹ ਸਾਬਤ ਕਰ ਸਕੀਏ ਅਸੀਂ ਕਿ ਜਿਹੜਾ ਸੰਗਤ ਨੇ ਪਹਿਲਾਂ ਸਾਡੇ ਤੇ ਹਮਲਾ ਕੀਤਾ ਉਹਦਾ ਜਵਾਬ ਅਸੀਂ ਦਿੱਤਾ ਹੈ। ਔਰ CRPC ਦੀ ਧਾਰਾ 164 ਤਹਿਤ ਪਾਇਲਟ ਜਿਪਸੀ ਦੇ ਡਰਾਈਵਰ ਹੌਲਦਾਰ ਗੁਰਨਾਮ ਸਿੰਘ ਨੇ ਆਪਣੇ ਬਿਆਨਾਂ 'ਚ ਮੰਨਿਆ ਕਿ ਫਾਇਰਿੰਗ ਨਹੀਂ ਹੋਈ। ਜਿਹੜਾ ਜਿਪਸੀ ਚਲਾਉਣ ਵਾਲਾ ਉਹ ਕਹਿੰਦਾ ਕਿ ਕੋਟਕਪੂਰੇ ਉੱਥੇ ਕੋਈ ਸਾਡੇ ਤੇ ਫਾਇਰਿੰਗ ਨਹੀਂ ਹੋਈ, ਉਹ ਇਹ ਕਹਿ ਰਿਹਾ, ਪਰ ਇਹ ਫਰਜ਼ੀ ਫਾਇਰਿੰਗ ਬਣਾ ਰਹੇ ਨੇ। ਸੁਖਵੀਰ ਦਾ ਟੱਬਰ ਜਵਾਬ ਦੇਵੇ। ਸੁਖਵੀਰ ਹੋਮ ਮਿਨਿਸਟਰ, ਤੁਸੀਂ ਉਦੋਂ ਇਹ ਝੂਠੀਆਂ ਫਾਇਰਿੰਗਾਂ ਬਣਾ ਕੇ ਸਿੱਖਾਂ ਨੂੰ ਫਸਾਉਣ ਦਾ ਯਤਨ ਕਰ ਰਹੇ ਸੀ ਤੁਸੀਂ, ਤੁਹਾਡਾ ਤਾਂ ਖੂਨ ਪੀਣ ਦੀ ਆਦਤ ਤੁਹਾਨੂੰ ਪਈ ਹੈ ਪਿੱਛੋਂ ਤੋਂ 78 ਤੋਂ ਲੈ ਕੇ ਤੁਸੀਂ ਪੀਂਦੇ ਰਹੇ ਹੋ ਕੌਮ ਦਾ। ਪਿੱਛੋਂ ਤੋਂ ਮੈਨੂੰ ਤਾਂ ਸਾਰਾ ਪਤਾ ਹੈ ਜੀ ਇਹਨਾਂ ਦਾ 1970 ਤੋਂ ਜਿਹੜਾ ਇਹਨਾਂ ਨੇ ਕਰੀਆਂ ਕਰਤੂਤਾਂ। ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਹੁਣ ਬੇਅਦਬੀ ਦਾ, ਹੁਣ ਇਨਸਾਫ, ਹੁਣ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਮੈਂ ਸਾਫ਼ ਸ਼ਬਦਾਂ 'ਚ ਕਹਿਣਾ ਬਹੁਤ ਵੱਡੀ ਨਲਾਇਕੀ ਹੈ ਇਹ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਰਾ ਕੁਝ ਹੋਇਆ ਪਿਆ, ਫਟਾਫਟ ਉਹਨਾਂ 'ਤੇ ਕੰਮ ਹੋਣਾ ਚਾਹੀਦਾ। ਤੇ ਇਸੇ ਕਰਕੇ ਜੇ ਇਹਨਾਂ ਦੀ ਨਲਾਇਕੀ ਹੈ, ਬੀਬੀ ਜੰਗੀਰ ਕੌਰ ਉੱਦਾਂ ਕਹਿ ਰਹੇ ਸੀਗੇ, ਉਹ ਕਹਿੰਦੇ ਵੀ ਉਹ ਗੋਲੀ ਕਾਂਡ ਦੀ ਗੱਲ ਨਾ ਕਰੋ, ਐਂ ਬੋਲਦੇ ਨੇ ਉਹ 'ਚ। ਗੋਲੀ ਕਾਂਡ ਤਾਂ ਹਾਈ ਕੋਰਟ ਨੇ ਫਾਈਲ ਕੁੰਵਰ ਵਿਜੇ ਪ੍ਰਤਾਪ ਵਾਲੀ ਭਗਾ ਕੇ ਮਾਰੀ, ਖਤਮ ਹੋ ਗਿਆ ਕੇਸ। ਬੀਬੀ ਜੰਗੀਰ ਕੌਰ ਜੀ, ਮੈਂ ਤੁਹਾਡੇ ਧਿਆਨ 'ਚ ਲਿਆਉਣਾ, ਕੇਸ ਖਤਮ ਨਹੀਂ ਹੋਇਆ, ਕੇਸ ਦੁਬਾਰਾ ਚੱਲ ਰਿਹਾ। ਉਹ ਇੰਨੇ ਖੁਸ਼ ਨਾ ਹੋਵੋ, ਕੇਸ ਚੱਲ ਰਿਹਾ। LK ਯਾਦਵ ਦੀ ਅਗਵਾਈ 'ਚ ਸਿੱਟ ਬਣੀ ਹੈ। ਜੇ ਇਮਾਨਦਾਰੀ ਨਾਲ ਉਹਨਾਂ ਨੇ ਕੰਮ ਕਰਿਆ, ਤੁਸੀਂ ਫੇਰ ਫਸ ਰਹੇ ਹੋ ਘੜਿੱਕੀ 'ਚ। ਤੁਹਾਡੇ ਜਿਹਨਾਂ ਤੁਸੀਂ ਪ੍ਰਧਾਨ ਬਣਾਏ ਹੋ ਨਾ, ਉਹ ਫੇਰ ਫਸ ਰਹੇ ਨੇ। ਕੇਸ ਤਾਂ ਕਹਿੰਦੇ ਆ ਤੂੰ ਖੁਸ਼ ਹੋ ਰਹੀ ਹੈ। 2 ਸਾਡੇ ਵੇਕਸੂਰ ਬੰਦੇ ਗੁਰੂ ਮਹਾਰਾਜ ਦੇ ਪਿਆਰ 'ਚ ਭਿੱਜ ਕੇ ਬੈਠੇ ਸ਼ਹੀਦ ਹੋਏ ਨੇ। ਜੰਗੀਰ ਕੌਰ ਸਪਸ਼ਟ ਕਰੇ ਕਿਹੜੀ ਗੱਲ ਦੀ ਖੁਸ਼ੀ ਉਹਨਾਂ ਨੂੰ। ਗੁਰਜੀਤ ਸਿੰਘ ਸਰਾਵਾਂ, ਭਾਈ ਕ੍ਰਿਸ਼ਨ ਭਗਵਾਨ ਸਿੰਘ, ਉਹ ਸ਼ਹੀਦ ਹੋ ਗਏ ਸਾਡੇ। ਉਹ ਕੇਸ ਖਤਮ ਹੋ ਗਿਆ, ਕਹਿੰਦੀ ਕੇਸ ਖਤਮ ਹੋਣ ਨਾਲ ਉਹ ਬੰਦੇ ਜਿਉਂਦੇ ਹੋ ਗਏ, ਸਾਡੇ ਦੁਬਾਰੇ ਆ ਗਏ ਉਹ ਪਰਿਵਾਰਾਂ 'ਚ। ਇਸ ਲਈ ਇਹ ਖੁਸ਼ੀਆਂ ਨਾ ਮਨਾਓ। ਇਹ ਤਾਂ ਤੁਹਾਡਾ ਜਿਹੜਾ ਸਾਰਾ ਕੁਝ ਸਾਹਮਣੇ ਆ ਰਿਹਾ। ਅਤੇ ਤੁਸੀਂ ਜਿਹੜੀ ਅਰਦਾਸ ਕੀਤੀ ਸੀ ਕਿ ਬੇਅਦਬੀ ਕਰਨ ਵਾਲੇ, ਬੇਅਦਬੀ ਕਰਾਉਣ ਵਾਲੇ, ਇਹ ਤਾਂ ਸਿਆਸਤ ਕਰਨ ਵਾਲੇ, ਤਿੰਨਾਂ ਦਾ ਕੱਖ ਨਾ ਰਹੇ, ਅਤੇ ਕੱਖ ਰਹਿ ਵੀ ਨਹੀਂ ਰਿਹਾ। ਹੁਣ ਦੇਖ ਲਓ ਸਾਰਾ ਕੁਝ ਸਾਹਮਣੇ ਆ ਗਿਆ। ਉਹ ਦੇਖ ਲਓ ਸੌਦਾ ਸਾਹ ਜੇਲ੍ਹ 'ਚ ਹੈ, ਚਾਹੇ ਬੇਅਦਬੀ ਦੇ ਮਹੱਲੇ 'ਚ ਨਹੀਂ, ਪਰ ਉਹ ਸਾਧਵੀਆਂ ਨੇ ਕਿੰਨੀ ਲੜਾਈ ਲੜੀ, ਉਹ ਬੀਬੀਆਂ ਨੇ ਲੜਾਈ ਲੜੀ, ਛਤਰਪਤੀ ਦੇ ਪਰਿਵਾਰ ਨੇ ਲੜਾਈ ਲੜ ਕੇ ਜੇਲ੍ਹ 'ਚ ਪਹੁੰਚਾਤਾ। ਅਤੇ 2007 ਦੇ ਮਸਲੇ 'ਚ ਬਾਦਲਾਂ ਨੇ ਇਹਨੂੰ ਬਚਾਇਆ। 2007 ਤੋਂ ਲੈ ਕੇ 2014 ਤੱਕ 7 ਸਾਲ ਬੀਤ ਗਏ। ਚਲਾਨ ਕਿਉਂ ਨਹੀਂ ਪੇਸ਼ ਕੀਤਾ ਇਹਨਾਂ ਨੇ? ਸੁਖਵੀਰ ਨੂੰ ਪੁੱਛਦਾ ਮੈਂ, ਗਿਆਨੀ ਹਰਪ੍ਰੀਤ ਸਿੰਘ ਜੀ ਪੁੱਛੋ ਉਹਨੂੰ, ਹੈਗਾ ਲੱਤਾਂ 'ਚ ਦਮ, ਉਹਨਾਂ ਨੂੰ ਪੁੱਛੋ ਨਾ। ਇੱਥੇ ਤਾਂ ਤੁਸੀਂ ਖਾਮ-ਖਾ ਚੱਲ ਜਾਂਦੇ ਆ। ਫਿਰ ਮੇਰੇ ਵਰਗਿਆਂ ਨੂੰ ਪਹਿਲਾਂ ਹੀ ਟੌਰਚਰ। ਕਦੇ ਮੈਨੂੰ ਦੱਸੋ, ਇਹਨਾਂ ਦੀ ਪੁਲਿਸ ਦੀਵਾਨ ਲਾਉਣ ਆਇਆ ਪ੍ਰਚਾਰਕ, ਉਹਨੂੰ SHO ਘੇਰ ਕੇ ਕਹਿੰਦਾ ਤੁਹਾਡੇ ਇਲਾਕੇ 'ਚ ਵੜ ਕੇ ਦਿਖਾਈ। ਕੀ ਗੱਲ ਜੀ, ਗੁਨਾਹ ਕਰ ਲਿਆ ਅਸੀਂ ਇਸ ਮੁਲਕ ਦੇ ਨਾਗਰਿਕ ਨਹੀਂ ਹੈਗੇ? ਬਿਲਕੁਲ। ਵੈਸੇ ਮਾਜੀ ਸਾਹਿਬ, ਜਿਵੇਂ ਆਪਾਂ ਗੱਲਬਾਤ ਕਰਦੇ ਹਾਂ ਕਿ
ਇਕੱਤਰਤਾ ਕਿਉਂ ਨਹੀਂ ਹੈਗੀ ਸਿੱਖਾਂ 'ਚ, ਕਿਉਂ ਨਹੀਂ ਇਕੱਤਰਤਾ ਬੇਅਦਬੀ ਦੇ ਮਸਲੇ ਤੇ ਸਾਰੇ ਸਿੱਖਾਂ ਨੂੰ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਚਾਹੇ ਤੁਸੀਂ ਸਿੱਖ ਪ੍ਰਚਾਰਕ ਹੋ, ਚਾਹੇ ਹੋਰ ਸਿੱਖ ਸੰਸਥਾਵਾਂ ਨੇ, ਇਕੱਤਰਤਾ ਕਿਉਂ ਨਹੀਂ? ਆਪਸ ਵਿੱਚ ਬਿਆਨਬਾਜ਼ੀ, ਆਪਸ ਵਿੱਚ ਟਿੱਪਣੀਆਂ ਕਿਉਂ ਹੋ ਰਹੀਆਂ ਨੇ? ਜੇ ਇਕੱਤਰਤਾ ਹੋਵੇ ਤਾਂ ਕਿਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਨਾ ਜਾਵੇ, ਬੇਅਦਬੀ ਘਟਨਾ ਸਾਹਮਣੇ ਨਾ ਜੇ। ਬਿਲਕੁਲ ਸਹੀ ਗੱਲ ਹੈ ਤੁਹਾਡੀ, ਇਕੱਤਰਤਾ ਹੋਣੀ ਚਾਹੀਦੀ ਹੈ। ਮਹਾਰਾਜ ਦਾ ਸਿਧਾਂਤ ਹੀ ਇਹ ਹੈ ਵੀ ਇਕੱਠੇ ਹੋਏ ਇਕੱਤਰ ਮਿਲੋ ਮੇਰੇ ਭਾਈ। ਤੇ ਪਰ ਗੱਲ ਇਹ ਹੈ ਇਹਨਾਂ 'ਚ ਜੀ ਬਾਦਲ ਕਿਆਂ 'ਚ ਤਾਂ ਦਮ ਹੀ ਹੈ ਨਹੀਂ ਸੱਚ ਦਾ ਸਾਹਮਣਾ ਕਰਨ ਦਾ। ਉੱਦਾਂ ਤੁਸੀਂ ਦੇਖੋ ਜੌਲੀਆਂ ਪਿੰਡ 'ਚ ਪਹਿਲਾਂ ਤਾਂ ਮੇਰੇ ਆਲੇ ਦੁਆਲੇ ਇਹਨਾਂ ਦੇ ਬੰਦੇ ਗੇੜੇ ਜੇ ਮਾਰੀ ਗਏ ਮਾੜੇ ਮਾੜੇ ਵੀ, ਤੂੰ ਕਿਸੇ ਇੱਕ ਨੇ ਤਾਂ ਮੈਨੂੰ ਕਿਹਾ ਸੀ, ਮੈਂ ਉਹਦਾ ਨਾਂ ਨਹੀਂ ਲੈਣਾ ਹੁਣ, ਮੈਨੂੰ ਕਿਹਾ ਕਿਉਂਕਿ ਉਹ ਬਹੁਤ ਵਿਚਾਰੇ ਹੁਣ ਛੋਟੇ ਛੋਟੇ ਚਮਚੀਆਂ ਜੀਆਂ ਨੇ, ਆਪਾਂ ਕਾਹਨੂੰ ਨਾਂ ਲੈਣਾ। ਉਹ ਮੈਨੂੰ ਕਹਿੰਦਾ ਤੁਸੀਂ ਸਵਾਲ ਤਾਂ ਨਹੀਂ ਕਿਤੇ ਕਰਨੇ? ਮੈਂ ਨਹੀਂ, ਮੈਂ ਸੱਭਿਅਕ ਤਰੀਕੇ ਨਾਲ ਰਹੂੰਗਾ। ਮੈਂ ਇਹ ਵੀ ਨਹੀਂ ਕਿਹਾ ਵੀ ਮੈਂ ਸਵਾਲ ਨਹੀਂ ਕਰਨੇ, ਮੈਂ ਕਿਹਾ ਮੈਂ ਸੱਭਿਅਕ ਬੰਦਾ, ਮੇਰੀ ਬੇਫਿਕਰ ਹੋ ਜਾਓ, ਮੈਂ ਕੋਈ ਮੁਰਦਾਬਾਦ ਐ ਨਹੀਂ ਕਰਨੇ, ਮੈਂ ਸਵਾਲ ਮੈਂ ਕਰਤੇ। ਤੇ ਇਹਨਾਂ ਲਵੇ ਸੱਚ ਦਾ ਸਾਹਮਣਾ ਕਰਨ ਦਾ ਹੈ ਨਹੀਂ। ਜੇ ਹੁਣ ਵੀ ਮਾਦਾ ਹੈਗਾ, ਹੁਣ ਕੀ ਹੋ ਗਿਆ ਜੀ? ਹੁਣ ਨਾ ਤਾਂ ਕੈਮਰੇ ਖਤਮ ਹੋਏ ਨੇ, ਨਾ ਮੀਡੀਆ ਖਤਮ ਹੋਇਆ। ਹਾਂਜੀ, ਸਾਰੇ ਆਪਾਂ ਜਿਉਂਦੇ ਜਾਗਦੇ ਬੈਠੇ ਆ ਤੇ ਗੁਰੂ ਕਿਰਪਾ ਕਰੂ ਇਹ ਪੁੱਛ ਲੈਣ ਜੀ ਜਿੱਦੇ ਮਰਜੀ। ਤੁਹਾਨੂੰ ਇਹੀ ਲੱਗਦਾ ਕਿ ਜੌਲੀਆਂ 'ਚ ਜੋ ਸਵਾਲ ਪੁੱਛੇ ਗਏ ਉਹੀ ਕਾਰਨ ਆ ਵੀ ਜੋ ਇਹ ਟਿੱਪਣੀ ਕੀਤੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਪ੍ਰਧਾਨ ਨੇ? ਨਹੀਂ, ਇਹ ਇੱਕ ਕਾਰਨ ਹੈ। ਵੈਸੇ ਇਹਨਾਂ ਦੇ ਯਤਨ ਸ਼ੁਰੂ ਤੋਂ ਰਹੇ ਨੇ ਸਾਨੂੰ ਫਸਾਉਣ ਦੇ, ਸਾਡੇ ਤੇ ਬਹੁਤ ਇਹਨਾਂ ਨੇ ਕਹਿਰ ਢਾਇਆ। ਜਦੋਂ ਉੱਥੇ ਬੇਅਦਬੀ ਤਾਂ ਮੇਰੇ ਪਿਤਾ ਜੀ ਨੂੰ, ਉਦੋਂ ਜਦੋਂ ਬੇਅਦਬੀ ਦਾ ਮਸਲਾ ਹੋਇਆ ਨਾ ਜੀ, ਮੇਰੇ ਪਿਤਾ ਜੀ ਨੂੰ ਸਾਡੇ ਘਰੇ ਛਾਪਾ ਮਾਰਿਆ ਹੈ, ਰਾਤ ਨੂੰ ਆਈ ਪੁਲਿਸ, ਬਾਦਲਾਂ ਦਾ ਰਾਜ ਹੈ। ਜਿਹੜੇ ਬੇਅਦਬੀ ਕਰਨ ਵਾਲੇ ਨੇ ਉਹਨਾਂ ਨੂੰ ਨਹੀਂ ਲੱਭ ਰਹੇ, ਜਿਹੜੇ ਉਹਦਾ ਕਹਿ ਰਹੇ ਨੇ ਇਨਸਾਫ ਦਿਓ ਉਹਨਾਂ ਨੂੰ ਲੱਭ ਰਹੇ ਨੇ। ਮੈਂ ਘਰ ਨਹੀਂ ਸੀ, ਮੇਰੇ ਪਿਤਾ ਜੀ ਨੇ ਕਿਹਾ ਵੀ ਕਾਲੇ ਪੀਲੀਏ ਦੀ ਪ੍ਰੋਬਲਮ ਹੈ ਮੈਨੂੰ, ਹੈ ਕਹਿੰਦੇ ਨਹੀਂ ਲੈ ਜਾਓ, ਬਿਨਾਂ ਮਤਲਬ ਤੋਂ ਜੇਲ੍ਹ ਭੇਜਤਾ। ਜੇਲ੍ਹ ਭੇਜਿਆ ਜਿੱਦਾਂ ਉੱਥੇ ਪੇਸ਼ੀ ਸੀ ਨਾ ਉਹਨਾਂ ਦੀ, ਫਿਰ ਤੇ ਉੱਦਾਂ ਉੱਥੇ ਸਿੱਖਾਂ ਦਾ ਹੜ੍ਹ ਆ ਗਿਆ, ਹਿੰਦੂ ਮੁਸਲਮਾਨ ਵੀ ਆਏ। ਤੇ ਫਿਰ ਕਹਿੰਦੇ ਜੀ ਛੱਡ ਦਿੰਦੇ ਹਾਂ ਅਸੀਂ ਬਿਨਾਂ ਤੋਂ। ਮੈਂ ਛੱਡਣਾ ਕਾਹਨੂੰ, ਤੁਸੀਂ ਰੱਖੋ, ਅਸੀਂ ਤੋਂ ਡਰਦੇ ਹਾਂ। ਮੈਂ ਉਹਨਾਂ ਦਿਨਾਂ 'ਚ ਬਿਆਨ ਲੱਗਿਆ ਅਖਬਾਰ 'ਚ, ਉਹਨਾਂ ਦਿਨਾਂ 'ਚ ਲਾਇਆ ਸੀ, ਬਾਦਲ ਕੇ ਬੇਸ਼ੱਕ ਮੇਰੇ ਸਾਰੇ ਪਰਿਵਾਰ ਨੂੰ ਜੇਲ੍ਹਾਂ ਵਿੱਚ ਸੁੱਟ ਦੇਣ, ਮੈਂ ਸੱਚ ਬੋਲਣਾ ਬੰਦ ਨਹੀਂ ਕਰਾਂਗਾ। ਆ ਉਸ ਵਕਤ ਦੀ ਖਬਰ ਹੈ। ਇਹ ਹਰ ਤਰੀਕੇ ਨਾਲ ਸਾਨੂੰ ਧਮਕਾਉਂਦੇ ਆ, ਡਰਾਉਂਦੇ ਆ, ਯਤਨ ਕਰਦੇ ਆ। ਪਰ ਗੁਰੂ ਸਾਹਿਬ ਦੇ ਇਹ ਫਿਰ ਮੈਂ ਵਾਰ-ਵਾਰ ਸਾਰੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ ਮੇਰੇ ਵਰਗੇ ਨਚੀਜ਼ ਬੰਦੇ ਦੀ ਕੋਈ ਔਕਾਤ ਨਹੀਂ। ਐਡੇ ਵੱਡੇ ਪਾਵਰਫੁਲ ਬੰਦਿਆਂ ਨਾਲ ਆਪਾਂ ਕੋਈ ਲੜੀਏ, ਇਹਨਾਂ ਨੂੰ ਪੁੱਛੀਏ ਸਵਾਲ ਸੱਭਿਅਕ ਤਰੀਕੇ ਨਾਲ। ਪਰ ਇਹ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਕੀਤਾ, ਆਪਾਂ ਉਹਨਾਂ ਦੇ ਚਰਨਾਂ ਦੀ ਧੂੜ ਦਾ ਕਿਣਕਾ ਵੀ ਨਹੀਂ। ਪਰ ਗੁਰੂ ਦੇ ਉੱਤੇ ਭਰੋਸਾ ਰੱਖੀਏ, ਗੁਰੂ ਬਹੁਤ ਸਮਰੱਥ ਹੈ। ਸਾਰੇ ਇਹਨਾਂ ਦੇ ਪਾਪ ਨੇ ਜਿਹੜੇ ਉਹ ਨੰਗੇ ਹੋ ਰਹੇ ਨੇ ਤੇ ਜਗ ਜ਼ਾਹਰ ਹੋ ਰਹੇ ਨੇ। ਆ ਦੇਖੋ ਕਿਵੇਂ ਸਾਰੇ ਪੰਥ ਨੇ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਕਿ ਸੱਭਿਅਕ ਭਾਸ਼ਾ ਦੇ ਵਿੱਚ ਆਪਾਂ ਵੱਧ ਤੋਂ ਵੱਧ ਇਹਨਾਂ ਨੂੰ ਸਵਾਲ ਕਰੋ। ਸਵਾਲਾਂ ਤੋਂ ਇਹ ਬਹੁਤ ਡਰਦੇ ਆ, ਝਿਜਕਦੇ ਆ। ਤੇ ਅਸੀਂ ਹੁਣ ਚੁੱਪ ਜੀ ਅਸੀਂ ਕਰਕੇ ਬੈਠਣਾ ਨਹੀਂ, ਨਾ ਲਗਾਤਾਰ। ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਣੇ ਨੇ। ਬਣਨ ਤੋਂ ਬਾਅਦ ਵੱਡੇ ਐਲਾਨ ਕੀਤੇ ਨੇ ਕਿ ਵੱਡੇ ਮਸਲੇ, ਅਸੀਂ ਬੇਅਦਬੀ ਦਾ ਮਸਲਾ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਕਿ ਹੱਲ ਕਰਾਂਗੇ। ਕੀ ਲੱਗਦਾ ਕਿੰਨੀ ਕਾਸ ਲੱਗਦੀ ਹੈ ਨਵਜੋਤ ਸਿੰਘ ਸਿੱਧੂ ਤੋਂ ਤੁਹਾਨੂੰ? ਅਜੇ ਤੱਕ ਤਾਂ ਬਿਆਨ ਹੀ ਨੇ, ਤੇ ਜੇ ਕਰਨਗੇ ਤਾਂ ਚੰਗੀ ਗੱਲ ਹੈ ਜੀ। ਜਿਹੜਾ ਮਰਜ਼ੀ ਜਿਹੜਾ ਕਰੂਗਾ ਅਸੀਂ ਤਾਂ ਫੁੱਲ ਸਵਾਗਤ ਕਰਾਂਗੇ। ਸਾਨੂੰ ਨਹੀਂ ਮਸਲਾ ਕਾਂਗਰਸ ਨਾਲ, ਅਕਾਲੀਆਂ ਨਾਲ, ਆਪ ਨਾਲ, ਤੀਜੇ ਚੌਥੇ ਨਾਲ। ਸਾਡਾ ਮਸਲਾ ਹੈ ਬੇਅਦਬੀ ਕਰਨ ਵਾਲਿਆਂ ਨੂੰ ਨੰਗੇ ਕਰੋ, ਬਣਦੀ ਕਾਰਵਾਈ ਕਰੋ, ਗੋਲੀਆਂ ਚਲਾਉਣ ਵਾਲਿਆਂ ਤੇ ਕਾਰਵਾਈ ਕਰੋ, ਤਾਂ ਜੋ ਭਵਿੱਖ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਮੇਤ ਕਿਸੇ ਵੀ ਪਵਿੱਤਰ ਧਰਮ ਗ੍ਰੰਥ ਦੀ ਬੇਅਦਬੀ ਕਰਨ ਦੀ ਕੋਈ ਜ਼ਰੂਰਤ ਨਾ ਕਰ ਸਕੇ। ਟੰਗੋ ਇਹਨਾਂ ਨੂੰ ਫੜ ਕੇ, ਪੁੱਛੋ ਉਸ ਗੁਰਮੀਤ ਰਾਮ ਰਹੀਮ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਹਨੂੰ ਉਹਦੀ ਚੰਗੀ ਤਰ੍ਹਾਂ ਪੁੱਛਗਿੱਛ ਕੀਤੀ ਜਾਵੇ। ਕਿਉਂਕਿ ਬੇਅਦਬੀ ਘਟਨਾਕ੍ਰਮ ਦਾ ਮਾਸਟਰਮਾਈਂਡ ਗੁਰਮੀਤ ਰਾਮ ਰਹੀਮ ਹੈ। ਗੋਲੀਕਾਂਡ ਦੇ ਮਾਸਟਰਮਾਈਂਡ ਸੁਮੇਧ ਸੈਣੀ, ਸੁਖਬੀਰ ਬਾਦਲ, ਪ੍ਰਕਾਸ਼ ਬਾਦਲ ਇਹ ਨੇ। ਇਹ ਸਾਰਿਆਂ ਤੋਂ ਚੰਗੀ ਤਰ੍ਹਾਂ ਇਹਨਾਂ ਨੂੰ ਬਣਾਓ, ਬੰਦੇ ਦੇ ਪੁੱਤ ਪੁੱਛੋ ਇਹਨਾਂ ਨੂੰ, ਤੇ ਬਸ ਫਿਰ ਚੜ੍ਹਦੀ ਕਲਾ। ਫਿਰ ਅਸੀਂ ਕੀ ਚਾਹੁੰਦੇ ਹਾਂ, ਸਾਡੀ ਤਾਂ ਮੰਗ ਹੀ ਇਹ ਹੈ। ਸੋ ਇਹ ਸਨ ਭਾਈ ਹਰਜਿੰਦਰ ਸਿੰਘ ਮਾਝੀ, ਜਿਨ੍ਹਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੇ ਜੋ ਵੀ ਕਿਹਾ, ਸਾਜੀ ਕਿਹਾ, ਮਾਝੀ ਕਿਹਾ, ਪਰ ਉਹ ਸਤਿਕਾਰਯੋਗ ਨੇ ਸਾਡੇ, ਕਿਉਂਕਿ ਮਸਲਿਆਂ ਤੇ ਸਾਨੂੰ ਜੋ ਬੇਅਦਬੀ ਦੇ ਮਸਲੇ ਨੇ ਇਕੱਠੇ ਹੋਣ ਦੀ ਜ਼ਰੂਰਤ ਆ। ਅਸੀਂ ਪਹਿਲੀਆਂ ਸਰਕਾਰਾਂ ਨੂੰ ਵੀ ਕਹਿੰਦੇ ਸੀ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਕਿ ਬੇਅਦਬੀ ਦਾ ਮਸਲਾ ਹੱਲ ਹੋਵੇ, ਬੇਅਦਬੀ ਦੇ ਦੋਸ਼ੀ ਅੰਦਰ ਹੋਣ, ਪਰ ਨਹੀਂ ਹੋਏ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆਈ। ਸਾਡੀ ਤਾਂ ਹੁਣ ਵੀ ਮੰਗ ਆ ਕਿ ਕਾਂਗਰਸ ਸਰਕਾਰ ਵੀ ਤੁਰੰਤ ਬੇਅਦਬੀ ਦੇ ਦੋਸ਼ੀਆਂ ਨੂੰ ਸਾਹਮਣੇ ਲੈ ਕੇ ਆਵੇ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ, ਸਾਰੇ ਸਿੱਖਾਂ ਨੂੰ ਪਤਾ ਲੱਗ ਸਕੇ ਕਿ ਦੋਸ਼ੀ ਕੌਣ ਸਨ। ਸੋ ਇਹਨਾਂ ਕਿਹਾ ਕਿ ਜੋ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਕਿਤੇ ਨਾ ਕਿਤੇ ਸਵਾਲ ਪੁੱਛਣ ਤੇ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਅਸੀਂ ਸਵਾਲ ਪੁੱਛਦੇ ਰਹੇ ਨੇ। ਅਸੀਂ ਬੀਬੀ ਜਗੀਰ ਕੌਰ ਨੂੰ ਸਵਾਲ ਪੁੱਛੇ ਸੀ ਕਿ ਸਾਨੂੰ ਜਵਾਬ ਦਿੱਤਾ ਜਾਵੇ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਸੀ, ਇਹਨਾਂ ਦਾ ਕਹਿਣਾ ਕਿ 1 ਮਹੀਨੇ 'ਚ ਤੁਹਾਨੂੰ ਲਿਖਤੀ ਸਵਾਲ
ਸਵਾਲਾਂ ਦੇ ਜਵਾਬ ਭੇਜਾਂਗੇ, ਪਰ ਉਹ ਨਹੀਂ ਭੇਜੇ ਗਏ। ਜੋ ਟਿੱਪਣੀਆਂ ਹੋ ਰਹੀਆਂ ਨੇ, ਭਾਈ ਮਾਝੀ ਨੇ ਕਿਹਾ ਕਿ ਕੋਈ ਗੱਲ ਨਹੀਂ, ਪਰ ਬੇਅਦਬੀ ਦੇ ਮਸਲੇ ਤੇ ਇਕੱਠੇ ਹੋਣ ਦੀ ਜ਼ਰੂਰਤ ਆ ਤਾਂ ਕਿ ਬੇਅਦਬੀ ਦੇ ਦੋਸ਼ੀ ਗ੍ਰਿਫਤਾਰ ਕੀਤੇ ਜਾ ਸਕਣ ਤੇ ਸਾਹਮਣੇ ਆ ਸਕਣ। ਗੁਰਪ੍ਰੀਤ ਤੇਜੇ ਨਾਲ ਅਮਨਦੀਪ ਸਿੰਘ ਮਾਝਾ, ਪੰਜਾਬੀ ਲੋਕ ਚੈਨਲ।